ਸਲਾਮ ਅਲੈਕੁਮ। ਗਵਰਨਰ ਪੰਜਾਬ ਦਾ ਕੱਲ੍ਹ ਖਿਤਾਬ ਸੀ ਇੱਕ ਜਗ੍ਹਾ 'ਤੇ ਪਿੰਡੀ 'ਚ, ਔਰ ਉਸ ਖਿਤਾਬ ਨੇ ਗਵਰਨਮੈਂਟ ਨੂੰ ਥੋੜ੍ਹਾ ਜਿਹਾ ਪਰੇਸ਼ਾਨ ਕਰ ਦਿੱਤਾ। ਖਿਤਾਬ ਨੂੰ ਇਸ ਵਾਸਤੇ ਪਰੇਸ਼ਾਨ ਕੀਤਾ ਕਿ ਗਵਰਨਰ ਪੰਜਾਬ ਨੇ ਉਹ ਗੱਲਾਂ ਕੀਤੀਆਂ ਜਿਹੜੀਆਂ PTI ਕਰਦੀ ਹੈ ਜਾਂ ਜਮੀਅਤ ਉਲਮਾ ਇਸਲਾਮ ਕਰਦੀ ਹੈ ਜਾਂ ਦੂਜੇ ਆਪੋਜੀਸ਼ਨ ਪਾਰਟੀਆਂ। ਗਵਰਨਰ ਪੰਜਾਬ ਨੇ ਸਿੱਧਾ ਸਿੱਧਾ ਕਿਹਾ, ਉਹਨੇ ਕਿਹਾ ਵਜ਼ੀਰ ਆਜ਼ਮ ਨੂੰ ਇਹ ਕੀ ਹੱਕ ਹੈ ਕਿ ਉਹ ਇਹ ਕਰੇ ਕਿ ਜਨਾਬ 4 ਜਾਂ 5 ਜੱਜਾਂ ਦੇ ਮੈਨੂੰ ਨਾਮ ਦਿਓ ਅਤੇ ਫਿਰ ਮੇਰਾ ਦਿਲ ਕਰੇਗਾ ਉਹਨੂੰ ਮੈਂ ਚੀਫ ਜਸਟਿਸ ਬਣਾਵਾਂਗਾ। ਉਹਨੇ ਕਿਹਾ ਵਜ਼ੀਰ ਆਜ਼ਮ ਦਾ ਕੀ ਕੰਮ। ਵਜ਼ੀਰ ਆਜ਼ਮ ਹੋਸ਼ ਦੇ ਨਾਖੂਨ ਲੈਣ, ਮਤਲਬ ਅਗਰ ਵਜ਼ੀਰ ਆਜ਼ਮ ਦੇ ਤੌਰ 'ਤੇ ਔਰ ਉਹਨਾਂ ਗਵਰਨਰ ਪੰਜਾਬ ਦੀ ਪਾਰਟੀ ਦਾ ਉਹਨਾਂ ਨਾਲ ਤਅੱਲਕ ਵੇਖਿਆ ਜਾਵੇ ਤਾਂ ਇਹ ਖਾਸੇ ਸੈਂਸਿਟਿਵ ਰਿਮਾਰਕਸ ਬਣਦੇ ਨੇ। ਅਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਤਾਰੀਖ ਗਵਾਹ ਹੈ ਕਿ ਜਦੋਂ ਵੀ ਇਹਨਾਂ ਨੇ ਸਿਆਸਤਦਾਨਾਂ ਨੂੰ ਕੋਈ ਜੁੱਤੇ ਵਗੈਰਾ ਪਏ ਨੇ ਅਤੇ ਉਹ ਇਹੋ ਜਿਹੇ ਕੰਮਾਂ ਤੋਂ ਹੀ ਪਏ ਨੇ। ਇਹ ਵੀ ਉਹਨਾਂ ਨੇ ਕਿਹਾ। ਇਹ ਰਿਪੋਰਟ ਹੋਈਆਂ ਨੇ ਬਕਾਇਦਾ ਚੀਜ਼ਾਂ, ਇਹ ਜੁੱਤੀ ਦਾ ਨਾਂ ਲੈ ਕੇ ਹੀ ਰਿਪੋਰਟ ਹੋਈਆਂ। ਅਤੇ ਉਹਨਾਂ ਨੇ ਹੋਰ ਵੀ ਗੱਲਾਂ ਬੜੀਆਂ ਕੀਤੀਆਂ। ਮੈਂ ਸੋਚਿਆ ਕਿ ਗਵਰਨਰ ਪੰਜਾਬ ਨੂੰ ਇਹ ਕਹਿਣ ਦੀ ਜ਼ਰੂਰਤ ਕਿਉਂ ਪੇਸ਼ ਆਈ, ਅਤੇ ਇਹਨੂੰ ਇੱਕ ਦੋ ਚੀਜ਼ਾਂ ਹੈਗੀਆਂ ਨੇ ਉਹਦੇ ਹਵਾਲੇ ਨਾਲ ਵੇਖ ਲੈਂਦੇ। ਮੈਂ ਸਭ ਨਾਲ ਪਹਿਲੇ ਇਹ ਵੇਖ ਕਿ ਪੰਜਾਬ ਦੇ ਵਿੱਚ ਪੀਪਲਜ਼ ਪਾਰਟੀ ਅਤੇ ਮੁਸਲਿਮ ਲੀਗ ਨੂਨ ਦੀ ਪਾਵਰ ਸ਼ੇਅਰਿੰਗ ਦਾ ਇੱਕ ਮਨਸੂਬਾ ਸੀ। ਮੁਸਲਿਮ ਲੀਗ ਨੇ ਸ਼ੁਰੂ ਤੋਂ ਕਿਹਾ ਕਿ ਚੂੰਕਿ ਅਸੀਂ ਸਾਰਾ ਭਾਰ ਚੁੱਕਣ ਰਹੇ ਹਾਂ ਬਦਨਾਮੀਆਂ ਦਾ ਵੀ, ਅਤੇ ਇਸ ਵਾਸਤੇ ਅਸੀਂ ਇਹਦੇ ਵਿੱਚ ਤੁਹਾਨੂੰ ਬਹੁਤ ਕੁਛ ਨਹੀਂ ਦੇ ਸਕਦੇ। ਅਤੇ ਦੂਸਰੇ ਪਾਸੇ ਪੀਪਲਜ਼ ਪਾਰਟੀ ਨੇ ਵੀ ਕਿਹਾ ਕਿ ਜਨਾਬ ਅਸੀਂ ਇਕਤਦਾਰ ਦਾ ਹਿੱਸਾ ਨਹੀਂ ਬਣਨਾ, ਯਾਨੀ ਵਜ਼ਾਰਤਾਂ ਨਹੀਂ ਲੈਣੀਆਂ। ਅੱਛਾ, ਜਦੋਂ ਵਜ਼ਾਰਤਾਂ ਵੀ ਨਹੀਂ ਲੈਣੀਆਂ, ਇਕਤਦਾਰ ਦਾ ਹਿੱਸਾ ਬਕਾਇਦਾ ਨਹੀਂ ਬਣਨਾ, ਅਤੇ ਫਿਰ ਰਿਆਇਤਾਂ ਕਿਸ ਸ਼ਕਲ ਦੇ ਵਿੱਚ ਹੋਣੀਆਂ। ਉਹਦੇ ਵਾਸਤੇ ਇੱਕ ਫਾਰਮੂਲਾ ਬਣਿਆ ਗਿਆ ਕਿ ਜਿੱਥੇ ਜਿੱਥੇ ਪੀਪਲਜ਼ ਪਾਰਟੀ ਦੇ ਅਰਕਾਨ ਮੁੰਤਖਬ ਹੋਏ ਨੇ, ਜਿਹੜੇ ਹਲਕਿਆਂ 'ਚ ਕੌਮੀ ਅਸੈਂਬਲੀ ਜਾਂ ਸੂਬਾਈ ਹਲਕਿਆਂ, ਉਹਨਾਂ ਹਲਕਿਆਂ ਜਾਂ ਉਸ ਇਲਾਕਿਆਂ ਦੇ ਵਿੱਚ ਜਿਹੜੀ ਪੁਲਿਸ ਜ਼ਿਲ੍ਹੇ ਇੰਤਜ਼ਾਮੀਆ ਔਰ ਅਹਿਮ ਪੋਜੀਸ਼ਨਸ ਹੁੰਦੀਆਂ ਨੇ, ਉਹਦੇ ਉੱਤੇ ਜਿਹੜੀ ਟਰਾਂਸਫਰ ਪੋਸਟਿੰਗ ਹੈ ਉਹ ਪੀਪਲਜ਼ ਪਾਰਟੀ ਦੇ ਅਰਕਾਨ ਨੂੰ ਇਤਮਾਦ 'ਚ ਲੈ ਕੇ ਜਾਂ ਉਹਨਾਂ ਦੀ ਸਿਫਾਰਿਸ਼ 'ਤੇ ਹੋਵੇਗੀ। ਇਹ ਤੈਅ ਕੀਤਾ ਗਿਆ। ਇਸ ਤੋਂ ਇਲਾਵਾ ਵੀ ਫੰਡਸ ਦਾ ਵੀ ਮਾਮਲਾ ਸੀ, ਤਰੱਕਿਆਤੀ ਫੰਡਸ ਦਾ। ਫਿਰ ਕੁਝ ਚੀਜ਼ਾਂ ਦੇ ਉੱਤੇ ਮੁਸ਼ਾਵਰਤ ਦਾ ਵੀ ਹੈਗਾ ਸੀ। ਅੱਛਾ, ਹੁਣ ਜਦੋਂ ਦੀ ਗਵਰਨਮੈਂਟ ਪੰਜਾਬ ਦੀ ਬਣੀ ਹੈ, ਪੀਪਲਜ਼ ਪਾਰਟੀ ਨੂੰ ਸ਼ਿਕਾਇਤ ਹੈ ਕਿ ਉਸ ਮੁਆਹਦੇ ਜਾਂ ਪਾਵਰ ਸ਼ੇਅਰਿੰਗ ਦਾ ਜਿਹੜਾ ਮਨਸੂਬਾ ਸੀ ਉਹਦੇ ਤਹਿਤ ਕੋਈ ਉਹਨਾਂ ਨੂੰ ਰਿਆਇਤ ਨਹੀਂ ਮਿਲੀ। ਯਾਨੀ ਨਾ ਉਹਨਾਂ ਨੂੰ ਕੋਈ ਇਜ਼ਾਫੀ ਫੰਡਸ ਮਿਲੇ ਨੇ, ਨਾ ਉਹਨਾਂ ਦੇ ਪੋਸਟਿੰਗ ਟਰਾਂਸਫਰ ਦੇ ਵਿੱਚ ਗੱਲਾਂ ਮੰਨੀਆਂ ਜਾ ਰਹੀਆਂ ਨੇ। ਅਤੇ ਇਸ ਵਾਸਤੇ ਵਕਤਨ ਫਵਕਤਨ ਪੀਪਲਜ਼ ਪਾਰਟੀ ਦੇ ਜਿਹੜੇ ਮੈਂਬਰਸ ਨੇ ਜਾਂ ਫਿਰ ਗਵਰਨਰ ਪੰਜਾਬ ਜਿਹੜੇ ਨੇ ਉਹਨਾਂ ਦੀ ਬਿਹਾਫ ਦੇ ਉੱਤੇ ਉਹ ਇਹੋ ਜਿਹਾ ਕੋਈ ਬਿਆਨ ਦਿੰਦੇ ਨੇ ਜਿਹਦੇ ਨਾਲ ਲੱਗਦਾ ਕਿ ਪਾਰਟੀ ਨਾਰਾਜ਼ ਹੈ। ਫਿਰ ਇੱਕ ਦੋ ਹੋਰ ਗੱਲਾਂ ਵੀ ਨੇ ਕਿ ਜਦੋਂ ਆਸਫ ਅਲੀ ਜ਼ਰਦਾਰੀ ਲਾਹੌਰ ਆਏ 2 ਮਹੀਨੇ ਪਹਿਲੇ, ਅਤੇ ਮਰੀਮ ਨਵਾਜ਼ ਜਿਹੜੇ ਵਜ਼ੀਰ ਆਲਾ ਨੇ ਉਹਨਾਂ ਨੇ ਉਹਨਾਂ ਦਾ ਇਸਤਕਬਾਲ ਨਹੀਂ ਕੀਤਾ ਅਤੇ ਨਾ ਮੁਲਾਕਾਤ ਕੀਤੀ। ਇਹਨੂੰ ਇੱਕ ਪ੍ਰੋਟੋਕੋਲ ਦੀ ਖਿਲਾਫ ਵਰਜ਼ੀ ਸਮਝਿਆ ਗਿਆ ਔਰ ਸਮਝਿਆ ਗਿਆ ਕਿ ਸਿਆਸੀ ਇਤਿਹਾਦੀਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅੱਛਾ, ਇਹ ਪੀਪਲਜ਼ ਪਾਰਟੀ ਨੂੰ ਇੱਕ ਗਿਲਾ ਹੈਗਾ। ਫਿਰ ਇਸ ਤਰ੍ਹਾਂ ਹੋਇਆ ਕਿ ਕੁਝ ਲੋਕਾਂ ਨੇ ਮੀਨਾਰ ਪਾਕਿਸਤਾਨ 'ਤੇ ਆਸਫ ਅਲੀ ਜ਼ਰਦਾਰੀ ਦੀ ਸਾਲਗਿਰਾ ਜਿਹੜੀ ਉਹ ਮਨਾਉਣ ਦੀ ਇੱਕ ਤਕਰੀਬ ਰੱਖੀ। ਉਹਦੇ ਵਿੱਚ ਕੁਝ ਗੁਲੂਕਾਰ ਵੀ ਮਦਊ ਕੀਤੇ, ਵੱਡੀ ਸਤ੍ਹਾ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਸੀ। ਪੰਜਾਬ ਗਵਰਨਮੈਂਟ ਨੇ ਉਹਦੀ ਇਜਾਜ਼ਤ ਨਾ ਦਿੱਤੀ ਔਰ ਉਸ ਵਜ੍ਹਾ ਨਾਲ ਇੱਕ ਤਲਖੀ ਪੈਦਾ ਹੋਈ। ਫਿਰ ਇੱਕ ਦੋ ਹੋਰ ਵੀ ਐਸੇ ਪੁਆਇੰਟ ਆਏ ਕਿ ਜਦੋਂ ਪੀਪਲਜ਼ ਪਾਰਟੀ ਨੇ ਮੁਸਲਿਮ ਲੀਗ ਨੂਨ ਦੇ ਮਾਮਲਾਤ ਦੇ ਉੱਤੇ ਅਦਮ ਇਤਮਾਦ ਦਾ ਇਜ਼ਹਾਰ ਕੀਤਾ, ਲੇਕਿਨ ਉਹ ਵੱਖ ਨਹੀਂ ਹੋ ਸਕਦੇ ਕਿਉਂਕਿ ਬੰਦੋਬਸਤ ਐਸਾ ਹੈ ਕਿ ਉਹ ਵੱਖ ਹੋ ਹੀ ਨਹੀਂ ਸਕਦੇ ਜਿਨ੍ਹਾਂ ਨੇ ਇਹਨਾਂ ਨੂੰ ਇਕੱਠਾ ਕੀਤਾ। ਫਿਰ ਗੱਲ ਇਹ ਆ ਜਾਂਦੀ ਹੈ ਕਿ ਇਹ ਇਖਤਲਾਫ ਜਿਹੜਾ ਇਹ ਕਿਸ ਸੂਰਤ ਅੱਗੇ ਜਾਏਗਾ। ਮੈਂ ਸਮਝਦਾ ਕਿ ਇਸ ਤੋਂ ਪਹਿਲੇ ਕਿ ਅਸੀਂ ਇਹ ਵੇਖੀਏ ਕਿ ਇਖਤਲਾਫ ਕਿਸ ਸੂਰਤ ਅੱਗੇ ਜਾਏਗਾ, ਇਹਦਾ ਇੱਕ ਹੋਰ ਪਹਿਲੂ ਜਿਹੜਾ ਉਹਨੂੰ ਵੀ ਵੇਖ ਲਈਏ, ਔਰ ਉਹ ਪਹਿਲੂ ਹੈਗਾ ਵੇ ਹਾਲੀਆ ਜਿਹੜਾ ਆਈਨੀ ਤਰਮੀਮ ਦਾ ਪੈਕੇਜ ਸੀ। ਇਹਦੇ ਵਿੱਚ ਕਿਹਾ ਜਾਂਦਾ ਵੇ ਕਿ ਗਵਰਨਮੈਂਟ ਨੇ ਕਿਸੇ ਨੂੰ ਮਸੌਦਾ ਨਹੀਂ ਦਿੱਤਾ ਆਈਨੀ ਤਰਮੀਮ ਦਾ। ਫਿਰ ਜਦੋਂ ਪੀਪਲਜ਼ ਪਾਰਟੀ ਨੂੰ ਕਿਹਾ ਗਿਆ ਕਿ ਤੁਸੀਂ ਮੌਲਾਨਾ ਨੂੰ ਮਨਾਓ, ਅਤੇ ਪੀਪਲਜ਼ ਪਾਰਟੀ ਨੂੰ ਇੱਕ ਮਸੌਦਾ ਦਿੱਤਾ ਗਿਆ। ਉਹ ਮਸੌਦਾ ਜਿਹੜਾ ਹੈ ਉਹ ਪੀਪਲਜ਼ ਪਾਰਟੀ ਲੈ ਕੇ ਮੌਲਾਨਾ ਫਜ਼ਲ ਰਹਿਮਾਨ ਕੋਲ ਗਈ। ਅੱਗੋਂ ਮੌਲਾਨਾ ਫਜ਼ਲ ਰਹਿਮਾਨ ਕੋਲ ਜਿਹੜਾ ਮਸੌਦਾ ਕਿਸੇ ਹੋਰ ਜ਼ਰਾਏ ਨਾਲ ਆਇਆ ਸੀ ਉਹ ਕੁਝ ਹੋਰ ਸੀ, ਗਵਰਨਮੈਂਟ ਨੇ ਜਿਹੜਾ ਉਹਨਾਂ ਨੂੰ ਦਿੱਤਾ ਉਹ ਹੋਰ ਸੀ। ਅੱਛਾ, ਫਰਕ ਆ ਗਿਆ। ਪੀਪਲਜ਼ ਪਾਰਟੀ ਨੂੰ ਲੱਗਾ ਕਿ ਮੁਸਲਿਮ ਲੀਗ 2-3 ਪਾਸੇ ਚੀਟ ਕਰਨ ਲਈ, ਮੌਲਾਨਾ ਨੂੰ ਵੱਖਰਾ ਪੈਕੇਜ, ਪੀਪਲਜ਼ ਪਾਰਟੀ ਨੂੰ ਵੱਖਰਾ,
ਔਰ ਆਪਣੇ ਅਰਕਾਨ ਤੱਕ ਨੂੰ ਪਤਾ ਨਹੀਂ ਹੈਗਾ ਕਿ ਕੀ ਇਸ ਪੈਕੇਜ ਦੇ ਵਿੱਚ ਚੀਜ਼ਾਂ ਨੂੰ ਲੁਕਾਇਆ ਜਾ ਰਿਹਾ ਸੀ। ਅੱਛਾ, ਇਹਨੇ ਵੀ ਕੁਝ ਵੱਧ ਇਤਮਾਦੀ ਪੈਦਾ ਕੀਤੀ। ਫਿਰ ਬਿਲਾਵਲ ਭੁੱਟੋ ਜਿਹੜੇ ਸੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਮੌਲਾਨਾ ਨੂੰ ਤੁਸੀਂ ਮਨਾਉਣਾ, ਲੇਕਿਨ ਸੋਰਸਿਸ ਦੱਸਦੇ ਨੇ ਕਿ ਬਜਾਏ ਇਹਦੇ ਕਿ ਉਹ ਮੌਲਾਨਾ ਨੂੰ ਮਨਾਉਂਦੇ, ਉਹ ਮੌਲਾਨਾ ਦੀ ਗੱਲ ਤੋਂ ਕਾਇਲ ਹੋ ਕੇ ਵਾਪਸ ਆ ਗਏ। ਅਤੇ ਇਹਦੇ ਨਾਲ ਵੀ ਇੱਕ ਜਿਹੜੀ ਖਰਾਬੀ ਪੈਦਾ ਹੋਈ। ਯਾਨੀ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਪੀਪਲਜ਼ ਪਾਰਟੀ ਹਕੂਮਤ ਛੱਡ ਕੇ ਚਲੀ ਜਾਏਗੀ, ਇਹ ਵੱਡੀ ਇੱਕ ਗੱਲ ਹੈ, ਕਿਉਂਕਿ ਉਹ ਕਰ ਨਹੀਂ ਸਕਦੇ ਨਾ, ਹਾਲੇ ਉਹਨਾਂ ਦੇ ਇਖਤਿਆਰ 'ਚ ਨਹੀਂ ਹੈਗਾ ਗਵਰਨਮੈਂਟ ਨੂੰ ਛੱਡਣਾ ਜਾਂ ਉਹਦੇ ਤੋਂ ਅਲੱਗ ਹੋਣਾ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਪੀਪਲਜ਼ ਪਾਰਟੀ ਨੂੰ ਇਸ ਵਕਤ ਆਪਣੀ ਜਮਹੂਰੀ ਸਾਖ ਜਿਹੜੀ ਉਹਦਾ ਮਸਲਾ ਦਰਪੇਸ਼ ਹੋ ਗਿਆ। ਉਹ ਅਗਰ ਗਵਰਨਮੈਂਟ ਦੇ ਇਕਦਾਮਾਤ ਔਰ ਉਹਦੀ ਆਇਨੀ ਤਰਮੀਮ ਦੇ ਨਾਲ ਜਾਂਦੀ ਹੈ ਅਤੇ ਉਹਦੇ ਉੱਤੇ ਸਵਾਲ ਉੱਠੇਗਾ, ਉੱਠ ਵੀ ਰਿਹਾ। ਲੋਕ ਕਾਲਮ ਵੀ ਲਿਖ ਰਹੇ ਨੇ, ਆਪਣੇ ਤਬਸਰਿਆਂ ਦੇ ਵਿੱਚ ਵੀ ਗੱਲ ਕਰਨ ਰਹੇ ਨੇ ਕਿ ਪੀਪਲਜ਼ ਪਾਰਟੀ ਜਿਹੜੀ ਆਇਨ ਦੀ ਮੁਹਾਫਿਜ਼ ਰਹੀ ਹੈ, ਜਿਹੜਾ ਕ੍ਰੈਡਿਟ ਲੈਂਦੀ ਰਹੀ ਆਇਨ ਬਣਾਉਣ ਦਾ, ਔਰ ਉਸ ਤੋਂ ਬਾਅਦ 18ਵੀਂ ਤਰਮੀਮ ਦਾ ਕਿ ਉਹਦੇ ਵਿੱਚੋਂ ਜਿਹੜੇ ਆਮਿਰ ਹੈਗੇ ਸਨ ਜ਼ਿਆਉਲ ਹਕ ਔਰ ਪਰਵੇਜ਼ ਮੁਸ਼ਰਫ, ਉਹਨਾਂ ਦੇ ਦੌਰ ਦੀ ਤਰਮੀਮ ਕੱਢੀਆਂ, ਅਤੇ ਉਹਦੇ 'ਤੇ ਸਵਾਲ ਉੱਠਣ ਡਿਆ ਕਿ ਹੁਣ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ, ਤਰਮੀਮ ਕਿਉਂ ਲਿਆਂਦੀਆਂ ਜਾ ਰਹੀਆਂ, ਪੀਪਲਜ਼ ਪਾਰਟੀ ਉਹਦੀ ਕਿਉਂ ਹਮਾਇਤ ਕਰਦੀ ਪਈ। ਸੋ ਇਹ ਗੱਲ ਹੈ ਕਿ ਸਾਡੇ ਹਾਂ ਚੀਜ਼ਾਂ ਬਦਲਣ ਰਹੀਆਂ ਨੇ, ਔਰ ਉਹ ਬਦਲਣ ਦੇ ਵਿੱਚ ਲੋਕਾਂ ਨੂੰ ਆਪਣਾ ਮੂਡ ਬਦਲਣਾ ਪੈਂਦਾ ਹੈ, ਆਪਣੀ ਪੋਜੀਸ਼ਨ ਬਦਲਣੀ ਪੈਂਦੀ। ਅਤੇ ਫਿਰ ਕਦੀ ਕਦੀ ਗਵਰਨਰ ਪੰਜਾਬ ਦੀ ਸ਼ਕਲ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਡਾ ਗਿਲਾ ਇੰਝ ਹੈ। ਅਤੇ ਗਵਰਨਰ ਪੰਜਾਬ ਦੇ ਇਸ ਬਿਆਨ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਚੀਫ ਜਸਟਿਸ ਮੈਰਿਟ 'ਤੇ ਮੰਨਣਾ ਚਾਹੀਦਾ, ਅਤੇ ਜੇ ਕੋਈ ਜਾਂਦਾ ਪਿਆ ਤਾਂ ਉਹਦੀ ਤੋਸੀ ਨਹੀਂ ਕਰਨੀ ਚਾਹੀਦੀ, ਐਕਸਟੈਂਸ਼ਨ ਉਹਨੂੰ ਨਹੀਂ ਦੇਣੀ ਚਾਹੀਦੀ। ਇਹ ਗਵਰਨਰ ਪੰਜਾਬ ਦਾ ਜਿਹੜਾ ਪਬਲਿਕਲੀ ਇਹ ਅਨਾਊਂਸਮੈਂਟ ਔਰ ਜਿਹੜੀ ਸਟੇਟਮੈਂਟ ਹੈ, ਇਹਨੂੰ ਇਹ ਅਹਿਮ ਸਮਝਿਆ ਜਾਣਾ ਚਾਹੀਦਾ। ਇਹ ਕਿਸੇ ਨਿੱਜੀ ਮਹਿਫਲ 'ਚ ਨਹੀਂ, ਇੱਕ ਕੋਹਟਾ ਯੂਨੀਵਰਸਿਟੀ ਦਾ ਲਾਅ ਡਿਪਾਰਟਮੈਂਟ ਜਿਹੜਾ ਹੈ ਉਹਦੀ ਤਕਰੀਬ ਦੇ ਵਿੱਚ ਉਹਨਾਂ ਨੇ ਗੱਲ ਕਹੀ, ਅਤੇ ਇਹਦਾ ਇੱਕ ਮਤਲਬ ਹੈ ਔਰ ਇਹਦਾ ਕੈਨਵਸ ਹੈ ਵੱਡਾ। ਇਸ ਵਾਸਤੇ ਇਹਨੂੰ ਤੁਸੀਂ ਸਮਝੋ ਕਿ ਅਗਰ ਕੁਝ ਚੀਜ਼ਾਂ ਦੀ ਹੋਰ ਡਿਵੈਲਪਮੈਂਟ ਸਿਆਸੀ ਸਤ੍ਹਾ 'ਤੇ ਹੁੰਦੀ ਹੈ ਅਤੇ ਇਹ ਵਾਲਾ ਜਿਹੜਾ ਮੌਕਫ ਪੀਪਲ ਪਾਰਟੀ ਦਾ ਇਹ ਅੱਗੇ ਚੱਲੇਗਾ। ਔਰ ਅਗਰ ਇਹ ਇੱਥੇ ਹੀ ਡੈਮੇਜ ਕੰਟਰੋਲ ਮੁਸਲਿਮ ਲੀਗ ਨੂਨ ਦੇ ਹਵਾਲੇ ਨਾਲ ਮੈਂ ਕਹਿ ਰਿਹਾ ਕਿ ਵਜ਼ੀਰ ਆਲਾ ਜਿਹੜੀਆਂ ਨੇ ਉਹ ਅਗਲੇ 1-2 ਦਿਨ 3 ਦਿਨ ਦੇ ਵਿੱਚ ਮੁਲਾਕਾਤ ਕਰ ਲੈਂਦੀਆਂ ਨੇ ਗਵਰਨਰ ਦੇ ਨਾਲ, ਔਰ ਉਹ ਜਿਹੜੀ ਹਾਲੇ ਤੱਕ ਨਹੀਂ ਹੋਈ, ਔਰ ਉਹਨਾਂ ਨਾਲ ਜੋ ਕੁਝ ਉਹਨਾਂ ਦੀ ਡਿਮਾਂਡਸ ਨੇ ਉਹ ਪੂਰੀ ਕਰਨ ਦਾ ਐਲਾਨ ਕਰ ਦਿੰਦੀਆਂ, ਅਤੇ ਹੋ ਸਕਦਾ ਫਿਰ ਇਹ ਚੀਜ਼ਾਂ ਕੁਝ ਪਿੱਛੇ ਚਲੀਆਂ ਜਾਣ। ਲੇਕਿਨ ਇੱਕ ਮੌਕਫ ਪੀਪਲਜ਼ ਪਾਰਟੀ ਦਾ ਜਿਹੜਾ ਸਾਹਮਣੇ ਆ ਗਿਆ, ਇਹ ਕਿਸੇ ਵੀ ਸ਼ਕਲ ਦੇ ਵਿੱਚ, ਕਿਸੇ ਵੀ ਹਾਲਤ ਦੇ ਵਿੱਚ ਇਹ ਪਿੱਛੇ ਤਾਂ ਨਹੀਂ ਜਾਏਗਾ। ਵਕਤੀ ਤੌਰ 'ਤੇ ਚੀਜ਼ਾਂ ਮੈਨੇਜ ਹੋ ਜਾਣਗੀਆਂ, ਲੇਕਿਨ ਉਸ ਤੋਂ ਬਾਅਦ ਫਿਰ ਇਹ ਅੱਗੇ ਆਏਗਾ। ਔਰ ਯਕੀਨੀ ਤੌਰ 'ਤੇ ਮੈਂ ਸਮਝਦਾ ਹਾਂ ਕਿ ਜਦੋਂ ਅਗਲੇ ਇਲੈਕਸ਼ਨ ਆਉਣਗੇ, ਉਹ 2 ਸਾਲ ਬਾਅਦ ਆਉਣ, ਸਾਲ ਬਾਅਦ ਜਾਂ 3 ਸਾਲ ਬਾਅਦ, 4 ਸਾਲ ਬਾਅਦ, ਉਦੋਂ ਇਹ ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਇਹਨਾਂ ਜਮਾਤਾਂ ਦੇ ਅੱਗੇ ਆਉਣਗੇ। ਔਰ ਇਹਨਾਂ ਜਿਹੜੇ ਕਹਿੰਦੇ ਨੇ ਕਿ ਜਮਹੂਰੀਅਤ ਦਾ ਵੀ ਇਹੋ ਹੀ ਜਵਾਬਦੇਹੀ ਦਾ ਤਸੱਵਰ ਹੈ ਕਿ ਲੋਕਾਂ ਦੇ ਸਾਹਮਣੇ ਜਾ ਕੇ ਵੋਟ ਦੇ, ਅਤੇ ਲੋਕਾਂ ਨੇ ਪਿਛਲੀ ਦਫਾ ਵੋਟ ਦੇ ਵਿੱਚ ਇਹਤਸਾਬ ਕੀਤਾ ਔਰ ਆਇੰਦਾ ਵੀ ਕਰਨਗੇ। ਇਹਦੇ ਤੋਂ ਘਬਰਾਉਣਾ ਨਹੀਂ ਚਾਹੀਦਾ, ਚੀਜ਼ਾਂ ਚੱਲਣਗੀਆਂ ਹਾਲੇ ਅੱਗੇ ਔਰ ਡਿਵੈਲਪ ਹੋਣਗੀਆਂ ਸਾਡੇ ਮਜ਼ਾਜ ਦੇ ਵਿੱਚ ਵੀ, ਸਾਡੇ ਇਦਾਰਿਆਂ ਦੇ ਵਿੱਚ ਵੀ, ਔਰ ਪਾਰਲੀਮਾਨ ਦੇ ਵਿੱਚ ਵੀ। ਅਤੇ ਜੀਂਦੇ ਰਹੋ, ਵਸਦੇ ਰਹੋ। ਸਬਸਕ੍ਰਾਈਬ ਜ਼ਰੂਰ ਕਰੋ। ਸਬਸਕ੍ਰਾਈਬ ਕਰਨ ਦਾ ਥੋੜ੍ਹਾ ਜਿਹਾ ਤੁਹਾਡੇ ਵੱਲੋਂ ਤਾਵਨ ਜਿਹੜਾ ਉਹ ਘਟਿਆ ਹੋਇਆ ਮੈਂ ਦੇਖ ਰਿਹਾ, ਅਤੇ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜ਼ਰੂਰ ਇਹਦੇ ਉੱਤੇ ਤੋਜੋ ਦਿਓ। ਜੀਂਦੇ ਰਹੋ, ਵਸਦੇ ਰਹੋ।